हाँ जी प्यारे विद्यार्थियों, पंजाबी यूनिवर्सिटी पटियाला ਦੇ ਅਧੀਨ बीए ਭਾਗ ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਦੇਣ ਜਾ ਰਹੇ ਵਿਦਿਆਰਥੀਓ, ਤੁਹਾਡੇ ਪੰਜਾਬੀ ਸਾਹਿਤ बीए ਭਾਗ ਪਹਿਲਾ ਸਮੈਸਟਰ ਪਹਿਲਾ ਦੇ ਸਿਲੇਬਸ ਦੇ ਵਿੱਚ ਆਧੁਨਿਕ ਪੰਜਾਬੀ ਕਵਿਤਾ ਪੁਸਤਕ ਦੇ ਵਿੱਚ 17ਵਾਂ ਕਵੀ ਹੈ ਸੰਤ ਰਾਮ ਉਦਾਸੀ। ਤਾਂ ਅੱਜ ਅਸੀਂ ਉਸ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਜ਼ਿੰਦਗੀ ਬਾਰੇ ਔਰ ਉਸ ਦੀਆਂ ਕਾਵ ਰਚਨਾਵਾਂ ਬਾਰੇ ਤੇ ਉਸ ਦੀਆਂ ਦੋ ਰਚਨਾਵਾਂ ਦੇ ਪਾਠ ਦੇ ਨਾਲ ਆਪਣੇ ਇਸ ਲੈਕਚਰ ਦੇ ਵਿੱਚ ਸਾਂਝ ਪਾਵਾਂਗੇ। ਸੰਤ ਰਾਮ ਉਦਾਸੀ ਉਸ ਦੌਰ ਦਾ ਕਵੀ ਹੈ ਜਦੋਂ ਪੰਜਾਬ ਦੇ ਵਿੱਚ ਜੁਝਾਰਵਾਦੀ ਲਹਿਰ ਚੱਲਦੀ ਸੀ। ਤਾਂ ਉਸ ਜੁਝਾਰਵਾਦੀ ਲਹਿਰ ਦਾ ਮੂਲ ਸਰੋਤ ਨਕਸਲਬਾੜੀ ਲਹਿਰ ਸੀ, ਜਿਹੜੀ ਕਿ ਸਿਲੀਗੁੜੀ ਦੇ ਇਲਾਕੇ ਚੋਂ ਚੱਲੀ, ਪੱਛਮੀ ਬੰਗਾਲ ਚੋਂ, ਔਰ ਉਹ ਤੁਰਦੀ ਤੁਰਦੀ ਪੰਜਾਬ ਤੱਕ ਪਹੁੰਚੀ। ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਉਸਨੇ ਪ੍ਰਭਾਵਿਤ ਕੀਤਾ ਤੇ ਉਸ ਨਕਸਲਬਾੜੀ ਲਹਿਰ ਦੇ ਜੋ ਪ੍ਰਸ਼ੰਸਕ ਸੀ ਜਾਂ ਉਸ ਨਕਸਲਬਾੜੀ ਲਹਿਰ ਦੇ ਵਿਚਾਰਧਾਰਾ ਨਾਲ ਜਿਹੜੇ ਲੋਕ ਆਤਮਸਾਤ ਹੋਏ, ਉਹਨਾਂ ਨੇ ਇਨਕਲਾਬੀ ਵਿਚਾਰਧਾਰਾ ਅਪਣਾਈ, ਜੁਝਾਰਵਾਦੀ ਵਿਚਾਰਧਾਰਾ ਅਪਣਾਈ। ਔਰ ਉਸ ਦੌਰ ਦੇ ਵਿੱਚੋਂ ਲਗਭਗ 1968 ਤੋਂ ਲੈ ਕੇ 1971-72 ਤੱਕ ਦੇ ਦੌਰ ਦੇ ਵਿੱਚੋਂ ਇਹਨਾਂ 3-4 ਸਾਲਾਂ ਦੇ ਵਿੱਚ ਨਕਸਲਬਾੜੀ ਲਹਿਰ ਦਾ ਪੰਜਾਬ ਦੇ ਉੱਪਰ ਬਹੁਤ ਅਸਰ ਰਿਹਾ। ਔਰ ਇਸ ਲਹਿਰ ਦੇ ਨਾਲ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਜਿਹੜੇ ਸੀਗੇ ਉਹ ਜੁੜੇ, ਨੌਜਵਾਨ ਜੁੜੇ ਔਰ ਬਹੁਤ ਸਾਰੇ ਸਾਹਿਤਕਾਰ ਜੁੜੇ। ਉਹਨਾਂ ਸਾਹਿਤਕਾਰਾਂ ਨੇ ਇੱਕ ਇਨਕਲਾਬੀ ਕਿਸਮ ਦਾ ਸਾਹਿਤ ਲਿਖਿਆ, ਜਿਸ ਨੂੰ ਜੁਝਾਰਵਾਦੀ ਲਹਿਰ ਦੇ ਨਾਂ ਨਾਲ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਕਵਿਤਾ ਦੀ ਲਹਿਰ ਦੇ ਵਿੱਚ ਜਾਣਿਆ ਜਾਂਦਾ। ਤਾਂ ਉਸ ਜੁਝਾਰਵਾਦੀ ਕਵਿਤਾ ਦਾ ਸਿਰਕੱਢ ਨਾਂ ਸੀ ਸੰਤ ਰਾਮ ਉਦਾਸੀ। ਸੰਤ ਰਾਮ ਉਦਾਸੀ 17ਵੇਂ ਚ ਰਚੀ ਗਈ ਪੰਜਾਬੀ ਜੁਝਾਰ ਕਵਿਤਾ ਦਾ ਇੱਕ ਮਹੱਤਵਪੂਰਨ ਨਾਂ ਹੈ। 20 ਅਪ੍ਰੈਲ 1939 ਨੂੰ ਸੰਤ ਰਾਮ ਉਦਾਸੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਦੇ ਵਿੱਚ ਇੱਕ ਬਹੁਤ ਗਰੀਬ ਦਲਿਤ ਕਿਰਤੀ ਪਰਿਵਾਰ ਦੇ ਵਿੱਚ ਜਨਮ ਲੈਂਦਾ। ਉਹ ਗਰੀਬਾਂ, ਪਛੜੇ ਲੋਕਾਂ ਤੇ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਦਾ ਇਨਕਲਾਬੀ ਕਵੀ ਬਣਦਾ। ਉਹ ਜਮਾਤੀ ਦੁਸ਼ਮਣਾਂ ਦੇ ਲੁਟੇਰਿਆਂ ਦੀ ਸ਼ਨਾਖਤ ਕਰਨ ਵਾਲਾ ਕਵੀ ਹੈ। ਉਸਦੇ ਜਿਹੜੇ ਰੋਹ ਭਰੇ ਤੇ ਚੰਗਿਆੜੇ ਛੱਡਦੇ ਬੋਲ ਹੈ, ਉਹ ਵਕਤ ਦੇ ਹਾਕਮਾਂ ਲਈ ਇੱਕ ਵੰਗਾਰ ਬਣਦੇ ਹੈ, ਜਿਸ ਕਰਕੇ ਉਸਨੂੰ ਕਹਿਰ ਦੇ ਤਸ਼ੱਦਦ ਦਾ ਸ਼ਿਕਾਰ ਵੀ ਹੋਣਾ ਪੈਂਦਾ। ਤਾਂ ਉਸ ਸਰਕਾਰੀ ਤਸ਼ੱਦਦ ਦੇ ਨਾਲ ਦੋ ਚਾਰ ਹੁੰਦਾ ਹੈ ਕਵੀ, ਆਓ ਨੀ ਹਨੇਰੀਓ, ਜਾਓ ਨੀ ਹਨੇਰੀਓ ਦਾ ਹੋਕਾ ਦਿੰਦਾ। ਤੇ 6 ਨਵੰਬਰ 1986 ਨੂੰ ਹਜੂਰ ਸਾਹਿਬ ਨੰਦੇੜ ਤੋਂ ਵਾਪਸ ਪਰਤਦਾ ਰੇਲ ਸਫ਼ਰ ਦੌਰਾਨ ਹੀ ਸੰਤ ਰਾਮ ਉਦਾਸੀ ਸਾਨੂੰ ਸਦਾ ਲਈ ਵਿਛੋੜਾ ਦੇ ਜਾਂਦਾ। ਉਦਾਸੀ ਦੀ ਸਮੁੱਚੀ ਜਿਹੜੀ ਘਾਲਣਾ ਹੈ, ਉਹ ਮਿਹਨਤਕਸ਼ ਲੋਕਾਂ ਦਾ ਬਹੁਤ ਵੱਡਾ ਖਜ਼ਾਨਾ ਹੈ। ਉਸਨੇ ਪੰਜਾਬੀ ਸਾਹਿਤ ਨੂੰ ਬੜੀਆਂ ਖੂਬਸੂਰਤ ਜਿਹੜੀਆਂ ਉਹ ਕਾਵਿ ਸੰਗ੍ਰਹਿ ਦਿੱਤੇ ਨੇ, ਜਿਹਦੇ 'ਚ ਨਾਵਾਂ ਤੋਂ ਹੀ ਸਪਸ਼ਟ ਹੋ ਜਾਏਗਾ ਕਿ ਕਿਸ ਕਿਸਮ ਦਾ ਜੁਝਾਰਵਾਦ ਉਹਦੇ ਵਿੱਚ ਹੈ। ਲਹੂ ਭਿੱਜੇ ਬੋਲ ਇਸ ਦਾ ਕਾਵਿ ਸੰਗ੍ਰਹਿ ਹੈ। ਸੈਨਤਾਂ, ਇਸ ਤੋਂ ਇਲਾਵਾ ਚੌ ਨੁਕਰੀਆਂ, ਸਿੱਖਾਂ ਤੇ ਕਮੀਆਂ ਦਾ ਵਿਹੜਾ, ਇਹ ਉਸ ਦੀਆਂ ਬਹੁਤ ਖੂਬਸੂਰਤ ਕਾਵਿ ਪੁਸਤਕਾਂ ਨੇ, ਜਿਸ ਵਿੱਚ ਬੜੀਆਂ ਖੂਬਸੂਰਤ ਇਨਕਲਾਬੀ ਤੇ ਜੁਝਾਰਵਾਦੀ ਕਵਿਤਾਵਾਂ ਜਿਹੜੀਆਂ ਉਹ ਰਚੀਆਂ ਹੋਈਆਂ। ਸੰਤ ਰਾਮ ਉਦਾਸੀ ਨੇ ਆਪਣੀ ਕਵਿਤਾ ਦੇ ਵਿੱਚ ਜ਼ਬਰ ਜ਼ੁਲਮ ਦੇ ਖਿਲਾਫ ਆਪਣੀ ਜਿਹੜੀ ਆ ਆਵਾਜ਼ ਉਹ ਬੁਲੰਦ ਕੀਤੀ। ਸੰਤ ਰਾਮ ਉਦਾਸੀ ਨੇ ਹਮੇਸ਼ਾ ਆਪਣੀ ਸੋਚ ਦੇ ਉੱਤੇ ਡਟ ਕੇ ਪਹਿਰਾ ਦਿੱਤਾ।
ਉਹਨੇ ਬੇਸ਼ੱਕ 1960 ਦੇ ਨੇੜੇ ਤੇੜੇ ਹੀ ਕਵਿਤਾ ਜਿਹੜੀ ਹੈ ਉਹ ਲਿਖਣ ਦਾ ਕਾਰਜ ਜਿਹੜਾ ਸ਼ੁਰੂ ਕਰ ਲਿਆ ਸੀ, ਪਰ ਉਸਦੀ ਕਵਿਤਾ ਨੂੰ ਮਾਨਤਾ ਜਾਂ ਉਸਦੀ ਕਵਿਤਾ ਪ੍ਰਵਾਨ ਉਦੋਂ ਚੜੀ ਜਦੋਂ ਨਕਸਲੀ ਲਹਿਰ ਜਿਹੜਾ ਹੈ ਪੰਜਾਬ ਦੇ ਵਿੱਚ ਚੱਲ ਰਹੀ ਸੀ। ਉਹਨੇ ਆਪਣੀ ਕਵਿਤਾ ਦੇ ਵਿੱਚ ਵਿਆਹਾਂ ਸਮੇਂ ਸਿਹਰਿਆਂ ਤੋਂ ਮਗਰੋਂ ਕਰ ਲਵੋ ਦਾਤੀਆਂ ਤਿਆਰ ਦਾ ਹੋਕਾ ਦਿੱਤਾ ਅਤੇ ਧੀ ਨੂੰ ਦਾਜ ਵਿੱਚ ਤਲਵਾਰ ਦੇਣ ਦੀ ਗੱਲ ਕੀਤੀ। ਅਜਿਹੇ ਬੋਲਣ ਨਾਲ ਉਸਨੇ ਪੰਜਾਬੀ ਦੇ ਸਾਹਿਤਕ ਹਲਕਿਆਂ ਵਿੱਚ ਇੱਕ ਵੱਖਰੀ ਪਛਾਣ ਜਿਹੜੀ ਹੈ ਉਹ ਕਾਇਮ ਕਰ ਲਈ। ਉਹਨੇ ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਲਈ ਜੂਝਣ ਵਾਲੇ ਜਿਹੜੇ ਲੋਕ ਹੈ ਉਹਨਾਂ 'ਚ ਇੱਕ ਨਵੀਂ ਰੂਹ ਜਿਹੜੀ ਆ ਉਹ ਭਰਤੀ। ਉਹਨੇ ਆਪਣੀ ਕਵਿਤਾ ਦੇ ਵਿੱਚ ਅਖਾਉਤੀ ਲੋਕ ਰਾਜ ਨੂੰ ਅਖਾਉਤੀ ਜਿਹੜਾ ਲੋਕ ਰਾਜ ਹੈ ਉਹਦੇ ਸੱਚ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਤੇ ਮਗਦਾ ਰਹੀ ਵੇ ਸੂਰਜਾ ਉੱਠਣ ਦਾ ਵੇਲਾ ਦੀ ਗੱਲ ਕੀਤੀ। ਉਹਦਾ ਇੱਕ ਬੜਾ ਖੂਬਸੂਰਤ ਗੀਤ ਹੈ, ਮਾਂ ਧਰਤੀਏ ਤੇਰੀ ਗੋਦ ਨੂੰ ਚੰਦ ਹੋਰ ਬਥੇਰੇ, ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਇਹ ਬੜੇ ਖੂਬਸੂਰਤ ਰਚਨਾ ਸੰਤ ਰਾਮ ਉਦਾਸੀ ਦੀ ਹੈ। ਇਸੇ ਤਰ੍ਹਾਂ ਹੀ ਉੱਠਣ ਦਾ ਵੇਲਾ ਦੀ ਜਿਹੜੀ ਰਚਨਾ ਹੈ ਉਹ ਵੀ ਬੜੀ ਕਮਾਲ ਦੀ ਰਚਨਾ ਹੈ। ਉਹਦੀ ਕਵਿਤਾ ਦੇ ਜਿਹੜੇ ਸਰੋਕਾਰ ਹੈ ਲੋਕਾਂ ਦੀਆਂ ਤਕਲੀਫਾਂ ਤੇ ਥੁੜਾਂ ਨਾਲ ਜੁੜੇ ਹੋਏ ਹੈ। ਇਹੋ ਤਕਲੀਫਾਂ ਤੇ ਥੁੜਾਂ ਨੂੰ ਉਸਨੇ ਆਪਣੇ ਤਨ ਉੱਤੇ ਹੰਢਾਇਆ। ਤਾਂ ਕਿਹਾ ਜਾਂਦਾ ਕਿ ਜਿਹੜੇ ਲੋਕ ਆਪਣੇ ਤਨ ਦੇ ਉੱਤੇ ਕੁਝ ਚੀਜ਼ਾਂ ਹੰਢਾਉਂਦੇ ਆ ਉਹ ਸਾਹਿਤ ਕਲਾ ਦੇ ਰਾਹੀਂ ਬਹੁਤ ਜ਼ਿਆਦਾ ਖੂਬਸੂਰਤ ਢੰਗ ਨਾਲ ਆਪਣੀ ਗੱਲ ਜਿਹੜੀ ਹੈ ਜਾਂ ਆਪਣੇ ਲੋਕਾਂ ਦੀ ਗੱਲ ਜਿਹੜੀ ਆ ਉਹ ਕਰ ਸਕਦੇ ਆ। ਤਾਂ ਇਸੇ ਤਰ੍ਹਾਂ ਸੰਤ ਰਾਮ ਉਦਾਸੀ ਨੇ ਆਪਣੇ ਗਰੀਬ ਪਰ ਮਿਹਨਤਕਸ਼ ਲੋਕਾਂ ਦੀ ਗੱਲ ਜਿਹੜੀ ਆ ਆਪਣੀ ਕਾਵਿ ਕਲਾ ਦੇ ਰਾਹੀਂ ਆਪਣੀਆਂ ਕਵਿਤਾਵਾਂ ਦੇ ਵਿੱਚ ਪੇਸ਼ ਕੀਤੀ ਹੈ। ਇੱਥੇ ਹੀ ਬਸ ਨਹੀਂ, ਉਦਾਸੀ ਦੀ ਇੱਕ ਹੋਰ ਜਿਹੜੀ ਹੈ ਉਹ ਸਮੱਸਿਆ ਰਹੀ ਕਿ ਬਹੁਤੇ ਲੋਕਾਂ ਨੇ ਉਸਨੂੰ ਇੱਕ ਦਲਿਤ ਸਾਹਿਤਕਾਰ ਦਾ ਨਾਂ ਦੇ ਕੇ ਜਿਹੜਾ ਹੈ ਉਹ ਛਟਿਆਉਣਾ ਚਾਹਿਆ। ਉਹ ਕਿਉਂਕਿ ਆਪ ਕਥਿਤ ਜਿਹੜੀ ਹੈ ਆਮ ਲੋਕ ਜਿਵੇਂ ਕਹਿ ਦਿੰਦੇ ਆ ਕਿ ਉਹ ਕਿਸੇ ਸਧਾਰਨ ਜਾਤੀ ਨਾਲ ਸੰਬੰਧਿਤ ਸੀਗਾ, ਜਿਹਦੇ ਕਰਕੇ ਬਹੁਤਾ ਸਮਾਂ ਤਾਂ ਉਸਨੂੰ ਲੋਕਾਂ ਨੇ ਉਸ ਢੰਗ ਨਾਲ ਪ੍ਰਵਾਨ ਨਹੀਂ ਕੀਤਾ ਤੇ ਉਹਨੂੰ ਦਲਿਤ ਲੋਕਾਂ ਦਾ ਕਵੀ ਕਹਿ ਕੇ ਹੀ ਇੱਕ ਜਿਹੜਾ ਸੀਮਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ। ਬਲਕਿ ਉਸਨੇ ਆਪਣੇ ਸਾਹਿਤ ਰਚਨਾ ਦੇ ਰਾਹੀਂ ਸਿੱਖ ਇਤਿਹਾਸਕ ਵਿਰਸੇ ਦੀ ਜਿਹੜੀ ਹੈ ਉਸਨੂੰ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਪੇਸ਼ ਕਰਨ ਦੀ ਗੱਲ ਕੀਤੀ ਹੈ। ਇਤਿਹਾਸਕ ਵਿਰਸੇ ਦੇ ਸੰਬੰਧ 'ਚ ਉਹਦੀ ਇੱਕ ਰਚਨਾ ਦੇ ਵਿੱਚ ਕੁਝ ਲਾਈਨਾਂ ਆਪਾਂ ਸਾਂਝੀਆਂ ਕਰਦੇ ਹਾਂ। ਸਾਡਾ ਯੁੱਧ ਜੇਕਰ ਫਿਰਕੂ ਯੁੱਧ ਹੁੰਦਾ, ਸਾਡਾ ਯੁੱਧ ਜੇਕਰ ਫਿਰਕੂ ਯੁੱਧ ਹੁੰਦਾ, ਮਾਛੀ ਵਾੜੇ ਨਾ ਮੈਨੂੰ ਪਨਾਹ ਮਿਲਦੀ। ਕਿੱਥੋਂ ਲੈਂਦਾ ਤਸ਼ਬੀਹਾਂ, ਕਿੱਥੋਂ ਲੈ ਰਿਹਾ? ਗੁਰੂ ਗੋਬਿੰਦ ਸਿੰਘ ਦੇ ਜੀਵਨ ਤੋਂ। ਸਾਡਾ ਯੁੱਧ ਜੇਕਰ ਫਿਰਕੂ ਯੁੱਧ ਹੁੰਦਾ, ਮਾਛੀ ਵਾੜੇ ਨਾ ਮੈਨੂੰ ਪਨਾਹ ਮਿਲਦੀ। ਤੈਨੂੰ ਕਿਰਤੀ ਕਿਸਾਨਾਂ ਦੀ ਰੱਖ ਸਿੰਘਾ, ਦੇਖੀ ਲੋਕਾਂ ਦੀ ਸ਼ਕਤੀ ਅਥਾਹ ਮਿਲਦੀ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ। ਝੋਰਾ ਕਰੀ ਨਾ ਕਿਲੇ ਅਨੰਦਪੁਰ ਦਾ, ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਸੋ ਇਸ ਤਰ੍ਹਾਂ ਦੀਆਂ ਖੂਬਸੂਰਤ ਰਚਨਾਵਾਂ ਦਾ ਰਚਾਇਤਾ ਹੋਇਆ ਸੰਤ ਰਾਮ ਉਦਾਸੀ। ਅਸਲ ਦੇ ਵਿੱਚ ਸੰਤ ਰਾਮ ਉਦਾਸੀ ਦੀ ਕਵਿਤਾ ਦਾ ਸੱਚ ਸਾਂਝੇ ਲੋਕ ਸਰੋਕਾਰ ਹੈ। ਅਰੇ ਇਹ ਸਰੋਕਾਰ ਉਸਦੀ ਕਵਿਤਾ ਦੇ ਵਿੱਚ ਇੱਕ ਦੂਜੇ ਦੇ ਪੂਰਕ ਹੋ ਕੇ ਨਿਬੜਦੇ ਆ। ਉਸਨੇ ਆਪਣੀ ਕਵਿਤਾ ਦੇ ਵਿੱਚ ਥੁੜਾ ਮਾਰੇ ਜਿਹੜੇ ਲੋਕ ਹੈ ਉਹਨਾਂ ਨੂੰ ਉੱਠਣ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਨੂੰ ਇਤਿਹਾਸਿਕ ਹਵਾਲਿਆਂ ਦੇ ਨਾਲ ਆਪਣੀ ਕਵਿਤਾ ਦੇ ਰਾਹੀਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਸਦੀ ਕਵਿਤਾ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਉਸਦਾ ਜਿਹੜਾ ਸੁਨੇਹਾ ਹੈ ਉਹ ਪੰਜਾਬ ਦੇ ਇਤਿਹਾਸਕ ਜੁਝਾਰੂ ਵਿਰਸੇ ਵਾਂਗ ਹੀ ਤੇ ਪ੍ਰੇਰਨਾਮਈ ਹੈ। ਇਹ ਪ੍ਰੇਰਨਾ ਜਗੀਰੂ ਜਕੜ ਤੇ ਧੌਂਸ ਨੂੰ ਟੁਕੜੇ ਟੁਕੜੇ ਕਰਨ ਦਾ ਇੱਕ ਸੁਪਨਾ ਲੈਂਦੀ ਦੇਖੀ ਜਾ ਸਕਦੀ ਹੈ। ਜਿਵੇਂ ਉਸਦੀ ਇੱਕ ਰਚਨਾ ਹੈ, ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ, ਦੇਵੀ ਨਾ ਵੀਰਾ ਵਣ ਜਾ ਰਿਹਾ। ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ, ਦੇਈ ਨਾ ਵੀਰਾ ਵਣ ਜਾ ਰਿਹਾ। ਵੀ ਸਾਡੀ ਗਲੀ ਦੇ ਵਿੱਚ ਚੂੜੀਆਂ ਦੇ ਹੋਕੇ ਦਾ ਕੋਈ ਮਹੱਤਵ ਨਹੀਂ, ਕੋਈ ਤਲਵਾਰਾਂ ਵੇਚਣੀਆਂ, ਕੋਈ ਹਥਿਆਰ ਵੇਚਣੇ ਤਾਂ ਗੱਲ ਕਰ। ਇੱਕ ਹੋਰ ਥਾਂ ਤੇ ਉਹ ਲਿਖਦਾ ਹੈ, ਇੱਕ ਤਲਵਾਰ ਮੇਰੀ ਡੋਲੀ 'ਚ ਰੱਖ ਦਿਓ, ਹੋਰ ਵੀਰੋ ਦਿਓ ਨਾਵੇਂ ਦਾਜ। ਯਾਨੀ ਉਹ ਔਰਤਾਂ ਨੂੰ ਵੀ ਜ਼ੁਲਮ ਦੇ ਖਿਲਾਫ ਲੜਨ ਲਈ ਤਿਆਰ ਕਰਦਾ ਦੇਖਿਆ ਜਾ ਸਕਦਾ ਹੈ।
ਜੇ ਅਸੀਂ ਇਹ ਕਹਿ ਲਈਏ ਕਿ ਸੰਤ ਰਾਮ ਉਦਾਸੀ ਦੀ ਕਵਿਤਾ ਦਾ ਸੁਨੇਹਾ ਜਿੰਨਾ ਉਸ ਵੇਲੇ ਮਹੱਤਵਪੂਰਨ ਸੀ, ਜਿਸ ਵੇਲੇ ਉਸਨੇ ਇਹ ਕਵਿਤਾਵਾਂ ਲਿਖੀਆਂ ਜਾਂ ਗੀਤ ਲਿਖੇ, ਉਹ ਓਨਾ ਹੀ ਅਜੋਕੇ ਦੌਰ ਦੇ ਵਿੱਚ ਵੀ ਮਹੱਤਵਪੂਰਨ ਹੈ। ਜੇ ਅਸੀਂ ਸੰਤ ਰਾਮ ਉਦਾਸੀ ਦੀ ਕਾਵ ਜਿਹੜੀ ਵੰਨਗੀ ਹੈ, ਜਾਂ ਸੰਤ ਰਾਮ ਉਦਾਸੀ ਦੀਆਂ ਜਿਹੜੀਆਂ ਕਾਵ ਰਚਨਾਵਾਂ ਹੈ, ਜਿਹੜੀਆਂ ਉਹਨੇ ਕਿਸਾਨਾਂ ਲਈ ਲਿਖੀਆਂ, ਖੇਤ ਮਜ਼ਦੂਰਾਂ ਲਈ ਲਿਖੀਆਂ, ਤਾਂ ਅੱਜ ਦੇ ਦੌਰ ਵਿੱਚ ਵੀ ਜਿਹੜੇ ਮੈਂ ਇੱਕ ਦਿਨ ਟੀਵੀ ਦੇ ਉੱਪਰ ਜਿਹੜਾ ਉਹ ਸੁਣ ਰਿਹਾ ਸੀ, ਕਿਉਂਕਿ ਬਹੁਤ ਸਾਰੇ ਗਾਇਕ ਵੀ ਜਿਹੜੇ ਹੈ ਉਹ ਦਿੱਲੀ ਦੇ ਵਿੱਚ ਜੋ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਇੱਕ ਜਨ ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਆਪਣਾ ਹਿੱਸਾ ਪਾ ਰਹੇ ਆ। ਤਾਂ ਇੱਕ ਟੀਵੀ ਐਂਕਰ ਜਿਹੜਾ ਹੈ ਬਹੁਤ ਮਸ਼ਹੂਰ ਇੱਕ ਸਿੰਗਰ ਹੈ ਜਸਬੀਰ ਜੱਸੀ, ਉਸਨੂੰ ਕਹਿ ਰਿਹਾ ਕਿ ਤੁਸੀਂ ਇਸ ਮੌਕੇ ਤੇ ਕੋਈ ਇਸ ਤਰ੍ਹਾਂ ਦਾ ਗੀਤ ਜਿਹੜਾ ਹੈ ਉਹ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ। ਤਾਂ ਉਸਨੇ ਗੀਤ ਸੁਣਾਇਆ, ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ, ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਔਰ ਬੜੀ ਉਹਨੇ ਇਸ ਗੀਤ ਦੀਆਂ ਸਤਰਾਂ ਬੋਲ ਕੇ ਵਾਹਵਾ ਖੱਟੀ। ਪਰ ਅਫਸੋਸ ਮੈਨੂੰ ਇਸ ਗੱਲ ਦਾ ਕਿ ਜਸਬੀਰ ਜੱਸੀ ਨੇ ਇੱਕ ਵਾਰ ਵੀ ਸੰਤ ਰਾਮ ਉਦਾਸੀ ਦਾ ਨਾਂ ਨਹੀਂ ਲਿਆ। ਜਦੋਂ ਅਸੀਂ ਇਸ ਤਰ੍ਹਾਂ ਕਿਸੇ ਕਵੀ ਦਾ ਨਾਂ ਨਹੀਂ ਲੈਂਦੇ, ਉਸਦੀਆਂ ਸਤਰਾਂ ਨੂੰ ਵਰਤਦੇ ਹਾਂ ਜਾਂ ਉਸਦੇ ਗੀਤ ਨੂੰ ਵਰਤਦੇ ਹਾਂ, ਤਾਂ ਕਿਤੇ ਨਾ ਕਿਤੇ ਅਸੀਂ ਉਸ ਗੀਤ ਨੂੰ ਆਪਣਾ ਬਣਾ ਕੇ ਹੀ ਪੇਸ਼ ਕਰ ਰਹੇ ਹੁੰਦੇ ਹਾਂ। ਤਾਂ ਇਹ ਇੱਕ ਗੀਤਕਾਰ ਨਾਲ, ਇੱਕ ਕਵੀ ਨਾਲ ਬਹੁਤ ਵੱਡੀ ਜਿਹੜੀ ਹੈ ਨਾਇਨਸਾਫੀ ਹੈ। ਤਾਂ ਸੰਤ ਰਾਮ ਉਦਾਸੀ ਜਿਹੜਾ ਹੈ ਉਹਨੂੰ ਕਵੀ ਨਹੀਂ ਬਲਕਿ ਲੋਕ ਕਵੀ ਦਾ ਦਰਜਾ ਪ੍ਰਾਪਤ ਸੀ, ਕਿਉਂਕਿ ਉਹਦੀਆਂ ਕਵਿਤਾਵਾਂ ਲੋਕਾਂ ਲਈ ਸੀ ਤੇ ਲੋਕਾਂ ਦੇ ਜਿਹੜੇ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੇ ਲੋਕ ਖੜਦੇ ਆ, ਉਹਨਾਂ ਨੂੰ ਜਿਹੜਾ ਉਤਸ਼ਾਹ ਦੇਣ ਵਾਲੀਆਂ ਉਹਦੀਆਂ ਕਵਿਤਾਵਾਂ ਸੀ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਕੁਝ ਗੱਲਾਂ ਸੰਤ ਰਾਮ ਉਦਾਸੀ ਦੀ ਜ਼ਿੰਦਗੀ ਬਾਰੇ। ਉਸਨੇ ਜ਼ਿੰਦਗੀ 'ਚ ਬਹੁਤ ਗੁਰਬਤ ਕੱਟੀ ਆਰਥਿਕ ਪੱਖੋਂ, ਲੇਕਿਨ ਸਾਹਿਤਕ ਪੱਖੋਂ ਉਸਨੂੰ ਬਹੁਤ ਮਾਣ ਸਤਿਕਾਰ ਮਿਲਿਆ। ਸ਼ੁਰੂ 'ਚ ਲੋਕਾਂ ਨੇ ਬਹੁਤ ਉਹਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ, ਲੇਕਿਨ ਕੁਝ ਸਮੇਂ ਬਾਅਦ ਸੰਤ ਰਾਮ ਉਦਾਸੀ ਜਿਹੜਾ ਹੈ ਉਸਨੂੰ ਕਵਿਤਾ ਦੇ ਖੇਤਰ ਦੇ ਵਿੱਚ ਜਿਹੜੀ ਹੈ ਉਹ ਬਹੁਤ ਵਿਸ਼ੇਸ਼ ਮਾਨਤਾ ਮਿਲੀ। ਔਰ ਜੁਝਾਰੂ ਕਵੀਆਂ ਦੇ ਵਿੱਚ ਸੰਤ ਰਾਮ ਉਦਾਸੀ, ਅਵਤਾਰ ਪਾਸ਼, ਲਾਲ ਸਿੰਘ ਦਿਲ, ਇਹ ਨਾਂ ਜਿਹੜੇ ਹੈ ਬਹੁਤ ਮਾਣ ਅਤੇ ਸਤਿਕਾਰ ਦੇ ਨਾਲ। ਆਓ ਆਪਾਂ ਕਰਦੇ ਹਾਂ ਉਸਦੀ ਕਵਿਤਾ। ਪਹਿਲੀ ਕਵਿਤਾ, ਭਾਰਤ ਦੀ ਆਜ਼ਾਦੀ। ਸੁਣੋ ਸੁਣਾਵਾਂ ਹਾਲ ਤੁਹਾਨੂੰ ਭਾਰਤ ਦੀ ਬਰਬਾਦੀ ਦਾ, ਸੁਣੋ ਸੁਣਾਵਾਂ ਹਾਲ ਤੁਹਾਨੂੰ ਭਾਰਤ ਦੀ ਬਰਬਾਦੀ ਦਾ, ਘੁੰਡ ਉਠਾ ਕੇ ਕਿਵੇਂ ਵੇਖਿਆ ਮੁਖੜਾ ਅਸੀਂ ਆਜ਼ਾਦੀ ਦਾ। ਜਦੋਂ ਜ਼ੁਲਮ ਦੀ ਹਵਾ ਸ਼ੂਕਦੀ, ਜਦੋਂ ਜ਼ੁਲਮ ਦੀ ਹਵਾ ਸ਼ੂਕਦੀ, ਸਾਡੀ ਲੁੱਟ ਬਹਾਰ ਗਈ, ਲੱਖਾਂ ਹੀ ਮਨਸੂਰਾਂ ਦੀ ਉਹ ਅਣਖ ਤਾਈਂ ਵੰਗਾਰ ਗਈ। ਜਿਵੇਂ ਕਿ ਮੈਂ ਅਕਸਰ ਤੁਹਾਨੂੰ ਦੱਸਿਆ ਕਰਦਾ ਕਿ ਇਹ ਕਾਵ ਟੋਟਾ ਜਿਹੜਾ ਹੈ ਆਧੁਨਿਕ ਪੰਜਾਬੀ ਕਵਿਤਾ ਕਾਵ ਸੰਗ੍ਰਹਿ ਦੇ ਵਿੱਚ ਦਰਜ ਸੰਤ ਰਾਮ ਉਦਾਸੀ ਦੀ ਕਵਿਤਾ ਭਾਰਤ ਦੀ ਆਜ਼ਾਦੀ ਵਿੱਚੋਂ ਲਿਆ ਗਿਆ। ਇਹਦੇ ਵਿੱਚ ਸੰਤ ਰਾਮ ਉਦਾਸੀ ਨੇ ਗੁਲਾਮ ਭਾਰਤ ਨੂੰ ਆਜ਼ਾਦ ਕਰਾਉਣ ਲਈ ਜੋ ਸੂਰਬੀਰਾਂ ਨੇ, ਗਦਰੀ ਬਾਬਿਆਂ ਨੇ, ਕਿਰਤੀਆਂ ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ, ਲੰਬਾ ਸੰਘਰਸ਼ ਲੜਿਆ, ਪਰ ਇਸ ਸੰਘਰਸ਼ ਤੋਂ ਬਾਅਦ ਉਸਨੇ ਇੱਕ ਦੁੱਖ ਪ੍ਰਗਟ ਕੀਤਾ ਹੈ ਕਿ ਦੋਹਾਂ ਦੇਸ਼ਾਂ ਵਿੱਚ ਸਾਂਝ ਪੈਦਾ ਕਰਨ ਦੀ ਜਿਹੜੀ ਗੱਲ ਹੈ ਉਹ ਛੋਈ ਹੈ। ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਜੋ ਵਖਰੇਵੇਂ ਪੈਦਾ ਹੋ ਗਏ ਨੇ। ਉਹ ਕਹਿੰਦਾ ਹੈ ਕਿ ਕਿਵੇਂ ਗੁਲਾਮੀ ਨੇ ਭਾਰਤ ਨੂੰ ਬੁਰੀ ਤਰ੍ਹਾਂ ਬਰਬਾਦ ਕੀਤਾ ਸੀ, ਤੇ ਕਿਵੇਂ ਉਹਨਾਂ ਘੁੰਡ ਚੁੱਕ ਕੇ ਆਜ਼ਾਦੀ ਦਾ ਮੂੰਹ ਦੇਖਿਆ ਜਦੋਂ ਸਾਮਰਾਜੀਆ ਦੇ ਜ਼ੁਲਮ ਦੀ ਸ਼ੂਕਦੀ ਹਵਾ ਨੇ ਸਾਡੀ ਜਿਹੜੀ ਹੈ ਉਹ ਬਹੁਤ ਲੁੱਟ ਕੀਤੀ। ਤਾਂ ਉਸਨੇ ਦੇਸ਼ ਉੱਤੋਂ ਕੁਰਬਾਨ ਹੋਣ ਵਾਲੇ ਲੱਖਾਂ ਮਨਸੂਰਾਂ ਦੀ ਅਣਖ ਨੂੰ ਜਿਹੜਾ ਹੈ ਉਹ ਵੰਗਾਰਿਆ। ਤਾਂ ਲੱਖਾਂ ਮਨਸੂਰਾਂ ਨੇ, ਲੱਖਾਂ ਆਜ਼ਾਦੀ ਦੇ ਪਰਵਾਨਿਆਂ ਨੇ ਇਸ ਆਜ਼ਾਦੀ ਨੂੰ ਪ੍ਰਵਾਨ ਚੜਾਇਆ। ਸੰਗਰਾਮਾਂ ਦਾ ਸੂਰਜ ਚੜਿਆ ਦੇਸ਼ ਆਜ਼ਾਦ ਕਰਾਉਣ ਨੂੰ, ਕਿਰਤੀ ਅਤੇ ਕਿਸਾਨ ਜਾਗਿਆ
ਮੋੜ ਬਹਾਰਾਂ ਲਿਆਵਣ ਨੂੰ। ਦੇਸ਼ ਵਿਦੇਸ਼ਾਂ ਅੰਦਰ ਜਾਗੇ ਭਾਰਤ ਮਾਂ ਦੇ ਜਾਏ ਸੀ, ਵਿੱਚ ਬਜ ਦੇ ਘਾਟ ਜਾ ਕੇ ਗਦਰੀ ਬਾਬੇ ਵੀਰ ਜਗਾਏ ਸੀ। ਤਾਂ ਉਹ ਕਹਿੰਦਾ ਕਿ ਸੰਗਰਾਮਾਂ ਦਾ ਸੂਰਜ ਚੜਿਆ, ਸੰਘਰਸ਼ਾਂ ਦਾ ਸੂਰਜ ਚੜਿਆ, ਕਾਹਦੇ ਵਾਸਤੇ? ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਭਾਰਤ ਮਾਂ ਨੂੰ ਆਜ਼ਾਦ ਕਰਾਉਣ ਵਾਸਤੇ। ਤੇ ਕਿਰਤੀ ਤੇ ਕਿਸਾਨ ਜਾਗਿਆ ਮੋੜ ਬਹਾਰਾਂ ਲਿਆਵਣ ਨੂੰ। ਦੇਸ਼ ਵਿਦੇਸ਼ਾਂ ਵਿੱਚ ਜਾਗੇ ਭਾਰਤ ਮਾਂ ਦੇ ਜਾਏ ਸੀ, ਫਿਰ ਬਜ ਦੇ ਘਾਟ ਜਾ ਕੇ ਗਦਰੀ ਬਾਬੇ ਗਦਰੀ ਵੀਰ ਜਗਾਏ ਸੀ। ਤਾਂ ਇਸ ਆਜ਼ਾਦੀ ਸੰਘਰਸ਼ ਦੇ ਵਿੱਚ ਕਿਰਤੀਆਂ ਦਾ ਉਨਾ ਹੀ ਯੋਗਦਾਨ ਹੈ, ਕਿਸਾਨਾਂ ਦਾ ਉਨਾ ਹੀ ਯੋਗਦਾਨ ਹੈ, ਸੂਰਬੀਰਾਂ ਦਾ ਉਨਾ ਹੀ ਯੋਗਦਾਨ ਹੈ। ਤੇ ਦੇਸ਼ ਵਿਦੇਸ਼ ਪਿੱਛੇ ਜਿਹੜੇ ਮਾਂ ਦੇ ਜਾਏ ਸੀਗੇ, ਭਾਰਤ ਮਾਂ ਦੇ ਜਾਏ, ਤੇ ਜਿਨ੍ਹਾਂ ਨੇ ਗਦਰੀ ਬਾਬਿਆਂ ਦੇ ਰੂਪ ਦੇ ਵਿੱਚ ਆਜ਼ਾਦੀ ਸੰਗਰਾਮ ਨੂੰ ਇੱਕ ਜਿਹੜਾ ਪ੍ਰਚੰਡ ਰੂਪ ਦੇਣ ਦੇ ਵਿੱਚ ਆਪਣਾ ਰੋਲ ਅਦਾ ਕੀਤਾ। ਤਾਂ ਗਦਰ ਪਾਰਟੀ ਬਾਰੇ, ਜਿਵੇਂ ਕਿ ਦੇਸ਼ ਦੀ ਆਜ਼ਾਦੀ ਲਈ ਅਮਰੀਕਾ 'ਚ ਗਏ ਭਾਰਤੀਆਂ ਦੁਆਰਾ ਇਹ ਇੱਕ ਪਾਰਟੀ ਜਿਹੜੀ ਹੈ ਬਣਾਈ ਗਈ ਸੀ, ਤੇ ਕਰਤਾਰ ਸਿੰਘ ਸਰਾਭਾ ਵੀ ਇਸ ਗਦਰ ਪਾਰਟੀ ਦਾ ਸਿਰਕੱਢ ਆਗੂ ਰਿਹਾ। ਕਣ ਕਣ ਅੰਦਰ ਆਜ਼ਾਦੀ ਦਾ ਗੂੰਜ ਪਿਆ ਇੱਕ ਨਾਰਾ ਸੀ, ਇਹ ਤੱਕ ਗੋਰਾ ਭੜਕ ਉੱਠਿਆ ਜੋ ਡਾਢਾ ਹਥਿਆਰਾ ਸੀ। ਆਜ਼ਾਦੀ ਦੀ ਗੂੰਜ ਦਾ ਜਿਹੜਾ ਨਾਰਾ ਸੀਗਾ, ਆਜ਼ਾਦੀ ਦੀ ਗੂੰਜ ਦੀ ਜਿਹੜੀ ਗੱਲ ਸੀ, ਉਹ ਦੇਸ਼ ਦੇ ਕਣ ਕਣ ਦੇ ਵਿੱਚ ਮੱਗ ਚੁੱਕੀ ਸੀ। ਤੇ ਇਹ ਦੇਖ ਕੇ ਜਿਹੜੇ ਅੰਗਰੇਜ਼ ਸੀਗੇ, ਗੋਰੇ ਸੀਗੇ, ਉਹਨਾਂ ਦਾ ਭੜਕਣਾ ਕੁਦਰਤੀ ਗੱਲ ਸੀ। ਜਿਹੜੇ ਡਾਢੇ ਹਥਿਆਰੇ ਸੀਗੇ, ਜਿਹੜੇ ਜ਼ਾਲਮ ਲੋਕ ਸੀਗੇ, ਫਿਰ ਬੇਝਿਜਕੀ ਨਾਲ ਸੀ ਖੋਲੇ ਮੂੰਹ ਉਹਨੇ ਬੰਦੂਕਾਂ ਦੇ, ਹਰ ਪਾਸੇ ਤੋਂ ਸੱਦੇ ਆਉਣ ਦਿਲ ਹਿਲਾਓ ਕੂਕਾਂ ਦੇ। ਤਾਂ ਅੰਗਰੇਜ਼ ਨੇ ਫਿਰ ਕੀ ਕੀਤਾ? ਹਥਿਆਰਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ, ਤੇ ਹਰ ਪਾਸਿਓਂ ਜਿਹੜਾ ਦਿਲ ਹਿਲਾਓ ਕੂਕਾਂ ਜਿਹੜੀਆਂ ਸੁਣਨ ਲੱਗੀਆਂ। ਪਰ ਭਾਰਤੀਆਂ ਸੁਖ ਲਿਆ ਸੀ ਕਰੀਏ ਬੰਦਾ ਖੁਲਾਸਾ ਹੋ, ਪਰ ਭਾਰਤੀਆਂ ਸੁਖ ਲਿਆ ਸੀ ਕਰੀਏ ਬੰਦਾ ਖੁਲਾਸਾ ਹੋ, ਲੋਥਾਂ ਦੇ ਅੰਬਾਰ ਉਭਾਰੇ ਤੇ ਪਿੰਡਿਆਂ ਤੇ ਲਾਸਾਂ ਹੋ, ਵਾਹ ਵੱਗੀ ਫਿਰ ਹਰ ਕੋਨੇ ਤੋਂ ਡੂੰਘੇ ਵਤਨ ਪਿਆਰਾਂ ਦੀ, ਫਿਰ ਪਰਵਾਹ ਨਾ ਕਰੀ ਕਿਸੇ ਨੇ ਦਾਰਾਂ ਦੀ ਨਾ ਮਾਰਾਂ ਦੀ। ਕੀ ਕਹਿੰਦਾ ਕਿ ਭਾਰਤੀ ਲੋਕਾਂ ਨੇ ਇੱਕ ਸੁੱਖ ਲਈ ਕਿ ਆਪਾਂ ਆਜ਼ਾਦ ਹੋਣਾ ਹੈ, ਆਪਾਂ ਆਪਣੇ ਦੇਸ਼ ਦੇ ਲੋਕਾਂ ਨੂੰ ਆਜ਼ਾਦ ਕਰਾਉਣਾ ਹੈ, ਚਾਹੇ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣੀਆਂ ਪੈਣ, ਜਿੰਨੀਆਂ ਮਰਜ਼ੀ ਜਿਹੜੀਆਂ ਲਾਸ਼ਾਂ ਵਹਿ ਜਾਣ, ਪਿੰਡਾਂ ਦੇ ਭਾਵੇਂ ਲਾਸ਼ਾਂ ਪੈ ਜਾਣ, ਤਾਂ ਵਾਹ ਵਗੀ ਫਿਰ ਹਰ ਕੋਨੇ ਤੋਂ ਡੂੰਘੇ ਵਤਨ ਪਿਆਰਾਂ ਦੀ। ਦੇਸ਼ ਦੇ ਕੋਨੇ ਤੋਂ ਫਿਰ ਡੂੰਘੇ ਪਿਆਰ ਦੇ ਪ੍ਰਤੀ, ਵਤਨ ਪਿਆਰ ਦੇ ਪ੍ਰਤੀ ਜਿਹੜੀ ਹੈ ਲੋਕਾਂ ਦੇ ਅੰਦਰ ਇੱਕ ਚਿਣਕ ਜਿਹੜੀ ਪੈਦਾ ਹੋ ਚੁੱਕੀ ਸੀ। ਫਿਰ ਪਰਵਾਹ ਨਾ ਕਰੀ ਕਿਸੇ ਨੇ ਦਾਰਾਂ ਦੀ ਨਾ ਮਾਰਾਂ ਦੀ, ਫਿਰ ਕਿਸੇ ਨੇ ਕਿਸੇ ਗੱਲ ਦੀ ਕੋਈ ਪਰਵਾਹ ਜਿਹੜੀ ਹੈ ਉਹ ਨਹੀਂ ਕੀਤੀ। ਦੇਸ਼ ਦੇ ਵਿੱਚ ਨਾ ਕਿਸੇ ਨੇ ਮਾਰ ਦੀ ਪਰਵਾਹ ਕੀਤੀ, ਨਾ ਕਿਸੇ ਨੇ ਫਾਂਸੀਆਂ ਦੀ ਪਰਵਾਹ ਕੀਤੀ, ਬਸ ਫਿਰ ਉਹਨਾਂ ਨੇ ਦੇਸ਼ ਆਜ਼ਾਦ ਕਰਾਉਣ ਦਾ ਜਿਹੜਾ ਤਹੀਆ ਉਹ ਕਰ ਲਿਆ। ਜਦ ਜ਼ੁਲਮ ਦੀ ਅੱਤ ਹੋ ਗਈ, ਜ਼ਾਲਮ ਜ਼ੁਲਮੋਂ ਅੱਕ ਗਿਆ, ਫਿਰਕੇਦਾਰੀ ਦਾ ਵੀ ਪਾ ਕੇ ਜ਼ਾਲਮ ਇੱਥੋਂ ਨੱਸ ਗਿਆ। ਮਤਲਬ ਕੀ ਸੀ? ਜ਼ੁਲਮ ਦੀ ਜਦੋਂ ਅੱਤ ਹੋ ਗਈ, ਬਥੇਰਾ ਕੁਛ ਕਰਕੇ ਦੇਖ ਲਿਆ ਜ਼ਾਲਮ ਨੇ, ਅੰਗਰੇਜ਼ ਨੇ, ਫਿਰ ਉਹਨੇ ਫਿਰਕੇਦਾਰੀ ਦਾ ਬੀਜ ਪਾਤਾ, ਹਿੰਦੂ ਸਿੱਖ ਦਾ ਬੀਜ ਪਾਤਾ। ਸਭ ਤੋਂ ਪਹਿਲਾਂ ਉਹਨੇ ਮੁਸਲਮਾਨ ਲੋਕਾਂ ਦਾ ਤੇ ਹਿੰਦੁਸਤਾਨੀ ਲੋਕਾਂ ਦਾ ਉਹਨਾਂ ਦੇ ਵਿੱਚ ਫਿਰਕੇਦਾਰੀ ਜਿਹੜੀ ਹੈ ਉਹ ਪੈਦਾ ਕਰਤੀ, ਤੇ ਇਹ ਫਿਰਕੇਦਾਰੀ ਦੀ ਫੁੱਟ ਪਾ ਕੇ ਉਹ ਆਪ ਤਾਂ ਨੱਸ ਗਿਆ। ਭਾਰਤ ਮਾਂ ਦੇ ਦਿਲ ਦੇ ਟੋਟੇ, ਭਾਰਤ ਪਾਕਿਸਤਾਨ ਬਣੇ, ਅਕਲਾਂ ਵਾਲਿਓ ਕਿਵੇਂ ਦੋਹਾਂ ਦਾ ਸਾਂਝਾ ਹਿੰਦੁਸਤਾਨ ਬਣੇ। ਮਤਲਬ ਕੀ ਸੀ? ਵੀ ਉਹ ਜਦੋਂ ਅੰਗਰੇਜ਼ਾਂ ਦੀ ਇਹ ਪਾਲਿਸੀ ਸੀ ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ, ਤਾਂ ਉਹਨਾਂ ਨੇ ਕੀ ਕੀਤਾ? ਜਾਂਦੇ ਜਾਂਦੇ ਵੀ ਐਸੀ ਫਿੱਕ ਪਾਈ ਹਿੰਦੂਆਂ ਦੇ ਵਿੱਚ ਔਰ ਮੁਸਲਮਾਨਾਂ ਦੇ ਵਿੱਚ ਕਿ ਉਹ ਆਪਣੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ, ਤੇ ਜਿਸ ਦੇ ਫਲਸਰੂਪ ਭਾਰਤ ਤੇ ਪਾਕਿਸਤਾਨ ਦੀ ਹੋਂਦ ਜਿਹੜੀ ਹੈ ਉਹ ਬਣ ਗਈ। ਅਕਲਾਂ ਵਾਲਿਓ ਕਿਵੇਂ ਦੋਹਾਂ ਦਾ ਸਾਂਝਾ ਹਿੰਦੁਸਤਾਨ ਬਣੇ। ਵੀ ਹੁਣ ਦੱਸੋ ਵੀ ਜਿਹੜੇ ਇੱਕ ਵਾਰੀ ਪਾਟਕ ਪੈ ਗਿਆ, ਇਸ ਨੂੰ ਕਿਵੇਂ ਮੇਟਿਆ ਜਾ ਸਕਦਾ? ਲਈ ਆਜ਼ਾਦੀ ਨਾਲ ਸਿਰਾਂ ਦੇ ਐਵੇਂ ਨਾ ਹੱਥ ਆਈ ਹੋ, ਇਹਦੇ ਨਾਂ ਦੀ ਰੱਖੜੀ ਬਣੀਏ, ਇਹ ਸਾਡੀ ਵਡਿਆਈ ਹੋ। ਵੀ ਇਹ ਜਿਹੜੀ ਆਜ਼ਾਦੀ ਹੈ ਇਹ ਸਿਰ ਦੇ ਕੇ ਹਾਸਿਲ ਕੀਤੀ ਗਈ ਹੈ, ਇਹ ਐਵੇਂ ਤੁਰੇ ਜਾਂਦੇ ਨਹੀਂ ਮਿਲੀ, ਤੇ ਇਹ ਨਾਂ ਦੀ ਰੱਖੜੀ ਬਣੀਏ, ਤੇ ਇਹਨੂੰ ਇਸ ਤਰ੍ਹਾਂ ਇੱਕ ਪਵਿੱਤਰ ਬੰਧਨ ਮੰਨੀਏ ਕਿ ਇਹਦੀ ਵਡਿਆਈ ਦੇ ਵਿੱਚ ਅਸੀਂ
ਵਾਰੇ-ਵਾਰੇ ਜਾਈਏ ਤੇ ਇਸ ਦੀ ਕਦਰ ਕਰੀਏ। ਇਹ ਸੀ ਕਵਿਤਾ ਭਾਰਤ ਦੀ ਆਜ਼ਾਦੀ, ਸੰਤ ਰਾਮਦਾਸੀ ਦੀ ਕਵਿਤਾ ਕਿ ਭਾਰਤ ਦੀ ਆਜ਼ਾਦੀ ਜਿਹੜੀ ਹੈ ਉਹ ਕਿਤੇ ਐਵੇਂ ਨਹੀਂ ਸਾਨੂੰ ਮਿਲ ਗਈ। ਤਾਂ ਇਹਦੇ ਲਈ ਬੜੀਆਂ ਕਿਸਾਨਾਂ ਨੇ, ਮਜ਼ਦੂਰਾਂ ਨੇ, ਸੂਰਬੀਰਾਂ ਨੇ, ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਜਿਸ ਦੇ ਕਰਕੇ ਜਿਹੜੀ ਇਹ ਆਜ਼ਾਦੀ ਪ੍ਰਾਪਤ ਹੋਈ ਹੈ। ਅਗਲੀ ਕਵਿਤਾ ਆਪਾਂ ਕਰਦੇ ਹਾਂ